ਅੱਜ ਤੁਹਾਨੂੰ ਵਿਗਿਆਨ ਸ਼੍ਰੇਣੀ 9ਵੀਂ ਦੇ ਪੇਪਰ ਸਾਇੰਸ ਦਾ ਸਿਲੇਬਸ ਡਿਸਕਸ ਕਰਾਂਗੇ। ਇਹਦੇ ਵਿੱਚੋਂ ਲਿਖਤੀ 70 ਅੰਕ ਦਾ ਹੋਵੇਗਾ, ਪ੍ਰਯੋਗੀ 20 ਅੰਕ ਦਾ ਹੋਵੇਗਾ ਤੇ ਸੀਸੀ 10 ਅੰਕ ਦੇ ਹੋਣਗੇ। ਆਪਾਂ ਹੁਣ ਕਿਤਾਬ ਦੇ ਵਿੱਚੋਂ ਕਿਹੜੇ-ਕਿਹੜੇ ਪਾਠ ਕਰਨੇ ਹਨ ਤੇ ਕਿਹੜੇ-ਕਿਹੜੇ ਪਾਠ ਦੇ ਵਿੱਚੋਂ ਕਿਹੜੇ-ਕਿਹੜੇ ਮੁੱਖ ਭਾਗ ਕਰਨੇ ਹਨ ਉਹ ਡਿਸਕਸ ਕਰਾਂਗੇ। ਪਹਿਲਾ ਪਾਠ ਸਾਡੇ ਆਲੇ ਦੁਆਲੇ ਦੇ ਪਦਾਰਥ, ਪਦਾਰਥਾਂ ਦਾ ਭੌਤਿਕ ਸਰੂਪ। ਆਪਾਂ ਇਹ ਪੜ੍ਹਨਾ ਹੈ ਬੇਟਾ ਇਹਦੇ 'ਚ। ਫਿਰ ਆਪਾਂ ਪੜ੍ਹਨਾ ਹੈ ਪਦਾਰਥਾਂ ਦੇ ਪਦਾਰਥਾਂ ਦੇ ਕਣਾਂ ਦੇ ਮੁੱਖ ਗੁਣ। ਫਿਰ ਪੜਾਂਗੇ ਪਦਾਰਥਾਂ ਦੀਆਂ ਅਵਸਥਾਵਾਂ, ਕੀ ਪਦਾਰਥ ਆਪਣੀ ਅਵਸਥਾ ਬਦਲਦੇ ਹਨ। ਫਿਰ ਪੜਾਂਗੇ ਵਾਸ਼ਪੀਕਰਨ, ਵਾਸ਼ਪੀਕਰਨ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ, ਵਾਸ਼ਪੀਕਰਨ ਨਾਲ ਠੰਡਕ ਕਿਉਂ ਪੈਦਾ ਹੁੰਦੀ ਹੈ ਜਾਂ ਕਿਵੇਂ ਪੈਦਾ ਹੁੰਦੀ ਹੈ, ਤੇ ਗਰਮੀਆਂ ਵਿੱਚ ਅਸੀਂ ਸੂਤੀ ਕੱਪੜੇ ਕਿਉਂ ਪਹਿਨਦੇ ਹਾਂ। ਪਾਠ ਪਹਿਲਾ ਦੇ ਵਿੱਚੋਂ ਆਹੀ ਹੈਡਿੰਗ, ਆਹੀ ਚੀਜ਼ਾਂ ਆਪਾਂ ਪੜ੍ਹਨੀਆਂ ਹਨ। ਹੁਣ ਆਉਂਦਾ ਆਪਣੇ ਕੋਲੇ ਪਾਠ ਦੂਸਰਾ, ਸਾਡੇ ਆਲੇ ਦੁਆਲੇ ਦੇ ਪਦਾਰਥਾਂ ਦੀ ਸ਼ੁੱਧਤਾ। ਮਿਸ਼ਰਣ ਕੀ ਹੈ, ਮਿਸ਼ਰਣ ਦੀਆਂ ਕਿਸਮਾਂ, ਘੋਲ ਕੀ ਹੈ, ਘੋਲ ਦੇ ਗੁਣ, ਘੋਲਾਂ ਦੀਆਂ ਸੰਘਣਤਾ, ਨਿਲੰਬਨ ਕੀ ਹੈ, ਨਿਲੰਬਨ ਦੇ ਗੁਣ, ਕੋਲਾਇਡਲ ਘੋਲ ਕੀ ਹਨ, ਕੋਲਾਇਡਲ ਦੇ ਗੁਣ, ਮਿਸ਼ਰਣ ਦੇ ਘਟਕਾਂ ਦਾ ਨਿਖੇੜਨ, ਨੀਲੀ ਕਾਲੀ ਸਿਆਹੀ ਤੋਂ ਰੰਗਦਾਰ ਡਾਈ ਕਿਵੇਂ ਪ੍ਰਾਪਤ ਕੀਤੀ ਜਾਂਦੀ ਹੈ, ਕਰੀਮ ਨੂੰ ਦੁੱਧ ਤੋਂ ਕਿਵੇਂ ਵੱਖ ਕਰ ਸਕਦੇ ਹਾਂ, ਅਸੀਂ ਨਮਕ ਅਤੇ ਸੋਡੀਅਮ ਕਲੋਰਾਈਡ ਦੇ ਮਿਸ਼ਰਣ ਨੂੰ ਕਿਵੇਂ ਵੱਖ ਕਰ ਸਕਦੇ ਹਾਂ, ਅਸੀਂ ਦੋ ਅਘੁਲਣਸ਼ੀਲ ਘੋਲਾਂ ਨੂੰ ਕਿਵੇਂ ਵੱਖ ਕਰ ਸਕਦੇ ਹਾਂ, ਅਸੀਂ ਵੱਖ-ਵੱਖ ਗੈਸਾਂ ਹਵਾ ਤੋਂ ਕਿਵੇਂ ਪ੍ਰਾਪਤ ਕਰਦੇ ਹਾਂ, ਅਸ਼ੁੱਧ ਸੈਂਪਲ ਤੋਂ ਸ਼ੁੱਧ ਕਾਪਰ ਸਲਫੇਟ ਕਿਵੇਂ ਪ੍ਰਾਪਤ ਕਰਦੇ ਹਾਂ, ਭੌਤਿਕ ਅਤੇ ਰਸਾਇਣਿਕ ਪਰਾਵਰਤਨ, ਸ਼ੁੱਧ ਪਦਾਰਥਾਂ ਦੀਆਂ ਕਿਸਮਾਂ ਕੀ ਹਨ। ਇਹ ਅਸੀਂ ਪਾਠ ਦੂਸਰੇ 'ਚੋਂ ਯਾਦ ਕਰਨਾ ਹੈ। ਪਾਠ ਤੀਸਰੇ ਪਰਮਾਣੂ ਅਤੇ ਅਣੂ, ਇਸ ਵਿੱਚੋਂ ਆਪਾਂ ਕੀ ਯਾਦ ਕਰਨਾ ਹੈ, ਰਸਾਇਣਿਕ ਸੰਯੋਜਨ ਦੇ ਨਿਯਮ, ਪੁੰਜ ਸੁਰੱਖਿਅਨ ਨਿਯਮ ਕੀ ਹੈ, ਸਥਿਰ ਅਨੁਪਾਤੀ ਨਿਯਮ ਕੀ ਹੈ, ਪਰਮਾਣੂ ਕੀ ਹਨ, ਪਰਮਾਣੂ ਦੇ ਸੰਕੇਤ, ਪਰਮਾਣੂ ਪੁੰਜ, ਪਰਮਾਣੂਆਂ ਦੀ ਹੋਂਦ, ਅਣੂ ਕੀ ਹੈ, ਤੱਤਾਂ ਦੇ ਯੌਗਿਕਾਂ, ਤੱਤਾਂ ਅਤੇ ਯੌਗਿਕਾਂ ਦੇ ਅਣੂ, ਆਇਨ ਕੀ ਹਨ, ਰਸਾਇਣਿਕ ਸੂਤਰਾਂ ਦਾ ਲਿਖਣਾ, ਸਰਲ ਯੌਗਿਕਾਂ ਦੇ ਸੂਤਰ, ਅਣਵੀ ਪੁੰਜ, ਮੋਲ ਸਿਧਾਂਤ, ਸੂਤਰ ਇਕਾਈ ਪੁੰਜ। ਪਾਠ ਚੌਥੇ 'ਚ ਜਿਹੜਾ ਕੁਝ ਤੁਸੀਂ ਕਰਨਾ ਹੈ ਬੇਟਾ, ਪਰਮਾਣੂ ਦੀ ਬਣਤਰ, ਪਾਠ ਦਾ ਨਾਮ ਹੈ। ਸਭ ਤੋਂ ਪਹਿਲਾਂ ਤਾਂ ਪਰਮਾਣੂ ਦੀ ਬਣਤਰ ਦਾ ਡਾਇਗਰਾਮ ਹੀ ਆਉਣਾ ਚਾਹੀਦਾ ਹੈਗਾ। ਫਿਰ ਥਾਮਸਨ ਮਾਡਲ, ਪਰਮਾਣੂ ਦਾ ਰਦਰਫੋਰਡ ਮਾਡਲ, ਇਸ ਦੀਆਂ ਖਾਮੀਆਂ, ਪਰਮਾਣੂ ਦਾ ਬੋਹਰ ਮਾਡਲ, ਨਿਊਟਰੋਨ, ਇਲੈਕਟ੍ਰੋਨੀ ਤਰਤੀਬ, ਇਲੈਕਟ੍ਰੋਨਾਂ ਦੀ ਵੱਖ-ਵੱਖ ਊਰਜਾ, ਸੈੱਲਾਂ ਵਿੱਚ ਤਰਤੀਬ, ਸੰਯੋਜਕਤਾ, ਪਰਮਾਣੂ ਸੰਖਿਆ ਦੇ ਪੁੰਜ ਸੰਖਿਆ, ਵੀ ਪਰਮਾਣੂ ਸੰਖਿਆ ਕੀ ਹੈ ਜਾਂ ਪੁੰਜ ਸੰਖਿਆ ਕੀ ਹੈ, ਸਮਸਥਾਨਕ, ਸੰਭਾਰਿਕ। ਇਹ ਪਾਠ, ਇਹਦੇ ਵਿੱਚ 5 ਨੰਬਰ ਦਾ ਪ੍ਰਸ਼ਨ ਸਿੱਧਾ ਹੀ ਆ ਜਾਂਦਾ ਹੈ, ਬੜਾ ਇੰਪੋਰਟੈਂਟ ਪਾਠ ਹੈ ਇਹ। ਪੰਜਵਾਂ ਪਾਠ ਜੀਵਨ ਦੀ ਮੁੱਢਲੀ ਇਕਾਈ, ਇਹਦੇ ਵਿੱਚ ਪੜਾਂਗੇ ਸਜੀਵ ਕਿਵੇਂ ਬਣੇ ਹੁੰਦੇ ਹਨ, ਸੈੱਲ ਕੰਧ, ਸੈੱਲ ਭਿੱਤੀ, ਇਹਨਾਂ ਬਾਰੇ ਪੜਾਂਗੇ ਆਪਾਂ। ਕੇਂਦਰਕ ਸੈੱਲ ਦ੍ਰਵ, ਸੈੱਲ ਦੇ ਨਿਕੜੇ ਅੰਗ, ਐਂਡੋਪਲਾਜ਼ਮੀ, ਗੋਲਜੀ ਕਾਇਆਵਾਂ, ਲਾਈਜ਼ੋਜ਼ੋਮ, ਮਾਈਟੋਕੌਂਡਰੀਆ, ਪਲਾਸਟਿਡ, ਰਸਧਾਨੀਆਂ। ਫਿਰ ਪਾਠ ਛੇਵਾਂ ਟਿਸ਼ੂ, ਪੌਦਾ ਟਿਸ਼ੂ ਅਤੇ
ਪ੍ਰਾਣੀ ਟਿਸ਼ੂ ਐਨੀਮਲ, ਇਹਨਾਂ ਦੀ ਵੰਡ, ਵਿਭਾਜਨਯੋਗ ਟਿਸ਼ੂ ਦਾ ਵਰਗੀਕਰਨ, ਪ੍ਰਾਣੀ ਟਿਸ਼ੂ ਦੀ ਵੰਡ ਤੇ ਵਰਣਨ, ਪੇਸ਼ੀ ਟਿਸ਼ੂ ਤੇ ਨਾੜੀ ਟਿਸ਼ੂ, ਅਛੇਦ ਟਿਸ਼ੂ, ਜੋੜਕ ਟਿਸ਼ੂ। ਬੱਚਿਆਂ ਨੂੰ ਇਹ ਪਾਠ ਥੋੜਾ ਔਖਾ ਲੱਗਦਾ ਤੇ ਇਹਦੇ ਵਿੱਚੋਂ ਆਪਾਂ ਆ ਕੁਝ ਗਿਣਵਾ ਕੰਮ ਹੀ ਯਾਦ ਕਰਨਾ ਹੈ। 7ਵਾਂ ਪਾਠ ਸਜੀਵ ਜਗਤ ਵਿੱਚ ਵਿਭਿੰਨਤਾ, ਸਜੀਵਾਂ ਦਾ ਵਰਗੀਕਰਨ ਅਤੇ ਜੀਵ ਵਿਕਾਸ, ਮੋਨਿਰਾ, ਪ੍ਰਟਿਸਟਾ, ਫੰਜਾਈ, ਪਲਾਂਟੀ, ਬ੍ਰਾਇਓਡਾਈਟ, ਫਾइलम, प्रोटोजोआ दियां कुछ उदाहरणां, फंजाई दियां उदाहरणां, थैलोफाइटा, टेरिडोफाइटा, जिम्नोस्पर्म, एंजियोस्पर्म, एलिमेलिया जगत दा वर्गीकरण, वर्टिब्रेटा, एम्फीबिया, रेप्टिलिया, एविस, एलिया, पाइसिस, इकाइनोडर्मेटा, प्रोटोकैरिडेटा। फिर भौतिक विज्ञान का पाठ 8वां गति दी व्याख्या, इहदा वर्गीकरण करना है। एक समान गति ते असमान गति बारे पढ़ना है। गति दी दर दा मापना है, दिशा वल चाल, गति दी बदलन दी दर, दूरी समा ग्राफ जरूर करना है, वेग समा ग्राफ करना है। ग्राफ बड़े इंपॉर्टेंट ने। गति दियां समीकरणा सब तो इंपॉर्टेंट है। ग्राफिक विधि अनुसार अते एक समान चक्राकार गति करनी है आपां ने। बल ते गति दे नियम 9वें पाठ चों आपां पढ़ना की कुछ है। संतुलित ते असंतुलित बल, गति दे 3 नियम करने तुसीं इहदे विचों। गति दा पहला नियम, गति दा दूजा नियम ते जड़ता ते पुंज करनी है आपां। गति का तीजा नियम संवेग अते संरक्षण पढ़ना आपां इस पाठ दे विचों। 10वां पाठ गुरुत्वाकर्षण, गुरुत्वाकर्षण का सर्वव्यापी नियम ते इसकी महत्ता, गुरुत्वा दे प्रभाव अधीन वस्तु की गति, पुंज अते भार, धकेल वाला ते दबाव, द्रवां विच दबाव, उछाल बल, आर्किमिडीज दा प्रिंसीपल, सापेख घनता डेंसिटी। इस तो बाद 11वें पाठ च जिहड़ा कुछ आना पेपर च कम अते ऊर्जा। कम की परिभाषा लिखनी है, उसकी इकाई लिखनी है। ऊर्जा की परिभाषा ते इकाई लिखनी है। गतिज ऊर्जा ते स्थितिज ऊर्जा बारे दसना है। फिर धुनी, धुनी का उत्पादन, धुनी का संचार, लक्षण, वख-वख माध्यम विच धुनी चाल, सरल पेंडुलम, बेल जार बहुत इंपॉर्टेंट प्रयोग है ये। ट्यूनिंग फोर्क राही प्रयोग करना। वख-वख मीडिया विच धुनी दा वेग, गूंज, इको कहंदे जिहनूं, इहदा परावर्तन, धुनी दा परावर्तन ते उसदे उपयोग, गूंज, पारस्वरण तरंगां अते उन्हां दे उपयोग, सोनार दी व्याख्या, सीमा, सुननयोग सीमा, परास्वरण धुनी दे उपयोग, मनुखी कंन दी बनतर। ਇਹ पाठ 12 चो करने सी आपां। पाठ 13 चो करने असीं बीमार क्यों हुंदे आ, सेहत ते इस दा विगाड़, सेहत दी महत्ता, बीमारियां ते इस दे कारण, अल्पकालीन अते दीर्घकालीन रोग। थोड़ा फास्ट इस करके बोल रही हूं, वीडियो बहुत लंबी ना जावे ते तुसीं तां अपनी किताब दे विच निशानी लगानी है, तुसीं ओहदे विच निशानी लगा लिओ। जे नहीं समझ आंदा तां वीडियो थोड़ी पॉज करके सुन लिया करियो। दीर्घकालीन रोग अते मंदी सेहत, छूत अते अछूत रोगां दे कारण, छूत रोगां दे कारक, रोगां दे इलाज दे सिद्धांत, रोगां नूं दूर करन दे सिद्धांत। पाठ 14वां साडे कुदरती साधन, हवा जिस विच असीं साह लैंदे हां, हवा दा वेग, हवा प्रदूषण, वरखा, पानी, पानी दा प्रदूषण, पानी दा चक्कर, नाइट्रोजन चक्कर, कार्बन चक्कर, ग्रीन हाउस प्रभाव, ओजोन परत। लास्ट अपना जिहड़ा हैगा होया भोजन साधना विच तरक्की। 15वां पाठ फसली उत्पादन विच वाधे संबंधी ते तरक्की संबंधी। फसलों दी किस्मां पढ़नी है आपां, फसलों के वाधे की विਉਂਤਬੰਦੀ पढ़नी है, पोषक तत्तां की विਉਂਤਬੰਦੀ,
खादा सिंचाई प्रबंध पढ़ना है, पशु पालन पढ़ना है, दाचन मोट दाणिਆਂ ਨੂੰ स्टोर करन ਦੀਆਂ विधियां भी पढ़नियां ने, पोल्ट्री फार्मिंग पढ़नी है, मच्छी पालन पढ़ना है आपां। सो जिहड़ी साडी इंटरनल असैसमेंट होवेगी, आंतरिक मुलांकन कहंदे ने 20 नंबर दा। प्रयोगी क्रियावां जिहड़ियां तुहाडीਆਂ 15 अंक दियां होणगीਆਂ। 4 नंबर दा थोड़ा वाइवा होएगा। वाइवा मतलब प्रश्न पूछे जाणगे थोड़े तो मूंह जवानी, तुसीं ओरल आंसर देना इन्हां दा। क्लासरूम दी अभ्यास पुस्तिका दे 3 अंक होणगे। प्रैक्टिकल 8 अंक दा होवेगा ते जिहड़े थोड़े टेस्ट लए जाणगे महीनेवार 3 अंक दा होवेगा। ते तुसीं अपणियां किताबां सोहणियां बना के वापस 1 साल बाद स्कूल च जमा कर दिओ, ओह 2 अंक दे होणगे। ਹੁਣ ਨੀਚੇ ਐਸ ਦੇ ਵਿੱਚ ਕਿਰਿਆਵਾਂ ਦਿੱਤੀਆਂ ਹੋਈਆਂ ਨੇ, ਇਹ ਤੁਸੀਂ ਆਪ ਇਹਨੂੰ ਮੈਂ ਰੀਡ ਆਊਟ ਨਹੀਂ ਕਰਾਂਗੀ। ਐਸੇ 1 ਅਤੇ ਐਸੇ 2 ਕਿਰਿਆਵਾਂ ਜਿਹੜੀਆਂ ਨੇ ਇਹਦੇ ਵਿੱਚ ਦਿੱਤੀਆਂ ਹੋਈਆਂ ਨੇ। ਸਪੈਸ਼ਲ ਉਸੇ ਪੰਨਾ ਨੰਬਰ ਦਿੱਤਾ ਹੋਇਆ, ਪਾਠ ਨੰਬਰ ਦਿੱਤਾ ਹੋਇਆ ਤੇ ਕਿਰਿਆ ਨੰਬਰ ਵੀ ਦਿੱਤੀ ਹੋਈ ਹੈ ਵੀ 2.6 3.6 2.7 ਹਨਾ, ਕਿਰਿਆ ਨੰਬਰ ਦਿੱਤੀ ਹੋਈ ਹੈ। ਇਹ ਤੁਸੀਂ ਅਲੱਗ ਕਾਪੀ ਜਾਂ ਅਲੱਗ ਕੋਈ ਪ੍ਰੈਕਟੀਕਲ ਕੁਝ ਨਹੀਂ ਬਣਾਉਣਾ, ਤੁਸੀਂ ਆਪਣੀ ਜਿਹੜੀ ਸਾਇੰਸ ਵਾਲੀ ਕਾਪੀ ਹੈ ਉਹਦੇ ਵਿੱਚ ਹੀ ਲਿਖਦੇ ਜਾਣਾ ਹੈ ਪਾਠ ਦੇ ਨਾਲ ਨਾਲ। मेरी गल समझ आ रही है सारे विद्यार्थियों को? अलैदा कोई प्रैक्टिकल कापी नहीं लगनी, जिहड़ी थोड़ी साइंस दी नोट कॉपी है उसे ते ही बड़ी सोहनी सुंदर लिखाई दे विच लिखना है क्रिया दा नाम, लोड़ींदा समान, फिर नीचे क्रिया तुसी विस्तार पूर्वक लिखनी है। उहदा सिट्टा जरूर बेटा करना है। देखो जिन्ने च तुसी क्रिया दा सिट्टा नहीं लिखदे भी तुहानू की सिट्टा मिलिया या उहदे च आपां नू की सिੱਖਣ ਨੂੰ मिलिया ਜਾਂ ਉਹਦਾ ਕੀ ਨਤੀਜਾ ਹੋਇਆ, ਤਾਂ ਉਹਨੇ ਚਿਰ ਆਪਾਂ ਜਿਹੜੇ ਹੈਗੇ ਆ ਆਪਣੀ ਪ੍ਰੈਕਟੀਕਲ ਪੂਰੀ ਨਹੀਂ ਹੁੰਦੀ, ਆਪਣੀ ਕਿਰਿਆ ਲਿਖਣ ਦਾ ਮੰਤਵ ਪੂਰਾ ਨਹੀਂ ਹੁੰਦਾ ਜਿੰਨੇ ਚਿਰ ਤੁਹਾਨੂੰ ਪਤਾ ਨਾ ਲੱਗੇ ਵੀ ਕਿ ਤੁਸੀਂ ਕੀ ਕਰਨਾ ਹੈ ਹਨਾ। ਜਿਵੇਂ ਪਾਣੀ ਦੀ ਸਤਹ ਤੇ ਰੱਖੀ ਵਸਤੂ ਤੈਰਦੀ ਜਾਂ ਡੁੱਬਦੀ ਕਿਉਂ ਹੈ ਹਨਾ। ਸਮਾਨ ਲੋੜੀਂਦਾ ਆ ਗਿਆ, ਬੀਕਰ, ਕਿੱਲ, ਲੱਕੜ, ਕਾਰਕ, ਪਾਣੀ, ਲੋਹੇ ਦੀ ਕਿੱਲ। ਹੁਣ ਇਹਦੇ ਵਿੱਚ ਸਾਰਾ ਕੁਝ ਲਿਖਣਾ ਵੀ ਜੇ ਤੈਰਦੀ ਹੈ ਤਾਂ ਕਿਉਂ ਤੈਰਦੀ ਹੈ, ਜੇ ਡੁੱਬਦੀ ਹੈ ਤਾਂ ਕਿਉਂ ਤੈਰਦੀ ਹੈ। ਇਸੇ ਤਰ੍ਹਾਂ ਐਸੇ 2 ਦੀਆਂ ਕਿਰਿਆਵਾਂ ਨੇ, ਇਹ ਸਾਰੀਆਂ ਕਿਰਿਆਵਾਂ ਤੁਸੀਂ ਕਰਨੀਆਂ ਨੇ। ਸੋ ਇਹ ਸਾਰੇ ਬੱਚਿਆਂ ਨੇ ਨੋਟ ਕਰਨਾ ਹੈ ਆਪਣੀ ਕਾਪੀਆਂ ਦੇ ਉੱਪਰ। ਇਹਨੂੰ ਮੈਂ ਤਾਂ ਕਹਿ ਰਹੀ ਹਾਂ ਬੇਟਾ ਲਿਖਣਾ ਤੁਸੀਂ ਮੂਹਰਲੇ ਜਿਹੜੇ 2 ਪੇਜ ਖਾਲੀ ਛੱਡਦੇ ਹੋ ਉਹਦੇ ਤੇ ਪਹਿਲੇ ਪੇਜ ਤੇ ਸਿਲੇਬਸ ਲਿਖਣਾ ਹੈ ਸੋਹਣੀ ਲਿਖਾਈ ਦੇ ਵਿੱਚ। ਉਸ ਤੋਂ ਬਾਅਦ ਕਿਰਿਆਵਾਂ ਐਸੇ 1 ਦੀਆਂ ਕਿਹੜੀਆਂ ਕਿਰਿਆਵਾਂ ਹੋਣਗੀਆਂ ਤੇ ਐਸੇ 2 ਦੀਆਂ ਕਿਹੜੀਆਂ ਕਿਰਿਆਵਾਂ ਹੋਣਗੀਆਂ। ਇੱਕ ਕਾਲਮ ਤੀਸਰਾ ਬਣਾ ਲੈਣਾ, ਪਹਿਲਾ ਤਾਂ ਕਿਰਿਆ ਨੰਬਰ, ਦੂਸਰਾ ਕਿਰਿਆ ਦਾ ਜਿਹੜਾ ਨਾਮ ਹੈ, ਤੀਸਰਾ ਕਾਲਮ ਹੋਊਗਾ ਮਿਤੀ, ਵੀ ਤੁਸੀਂ ਕਿਹੜੀ ਮਿਤੀ ਨੂੰ ਕਿਹੜੀ ਕਿਰਿਆ ਕੀਤੀ ਹੈ, ਠੀਕ ਹੈ ਨਾ। ਇਹ ਤੁਸੀਂ ਜ਼ਰੂਰ ਲਿਖਣਾ ਹੈ। ਇਸ ਦੀ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ PDF ਦੀ ਲਿੰਕ ਜਿਹੜੀ ਹੈ ਦੇ ਦੇਵਾਂਗੇ, ਤੁਸੀਂ ਉਸ ਲਿੰਕ ਤੋਂ ਇਹਨੂੰ लिख सकते हो। चलो ठीक है बेटा, अपनी सेहत का ख्याल रखना है, अपना ख्याल रखना है। सत श्री अकाल सारिआं नूं।